ਹਾਲੇਲੂਇਆ। ਮੇਰੇ ਵੱਲੋਂ ਸਾਰੇ ਭੈਣ ਜੈ ਮਸੀਹ ਦੀ। ਪਿਆਰੇ ਭਾਜੀ, ਅਸੀਂ ਕਿਰਪਾ ਨਾਲ ਤੁਹਾਡੀ ਪ੍ਰਾਰਥਨਾ ਨਾਲ ਅੱਜ ਫੇਰ ਇਕੱਠੇ ਹੋਏ ਹਾਂ। ਪਿਆਰੇ ਭਾਜੀ, ਅਸੀਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਕਿਰਪਾ ਔਰ ਦਇਆ ਦੇ ਨਾਲ ਇਹ ਪ੍ਰੋਗਰਾਮ ਚੈਨਲ ਉਹਨਾਂ ਦੀ ਕਿਰਪਾ ਦੇ ਨਾਲ ਚੱਲਦਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਪਿਆਰੇ ਪ੍ਰਭੂ ਜੀ, ਅਸੀਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਾਸਟਰ ਜੀ ਉਹਨਾਂ ਨੂੰ ਪਰਮੇਸ਼ਵਰ ਨੇ ਫੇਰ ਸਾਡੇ ਚੈਨਲ ਤੇ ਲੈ ਕੇ ਆਂਦਾ। ਪ੍ਰਭੂ ਨੂੰ ਬਹੁਤੀ ਬਹੁਤੀ ਬਰਕਤ ਦੇਣ। ਹਾਲੇਲੂਇਆ। ਹਾਂਜੀ ਪਾਸਟਰ ਜੀ, ਪ੍ਰਭੂ ਤੁਹਾਨੂੰ ਬਹੁਤ ਬਹੁਤ ਬਰਕਤ ਦੇਣ। ਜੈ ਮਸੀਹ। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਪਾਸਟਰ ਜੀ। ਜੈ ਮਸੀਹ। ਔਰ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਤੁਸੀਂ ਫਿਰ ਤੋਂ ਮੈਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਤੇ ਆਉਣ ਲਈ। ਔਰ ਪਿਛਲੇ ਸਮੇਂ ਪ੍ਰਭੂ ਦੀ ਕਿਰਪਾ ਦੇ ਨਾਲ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀ ਗਵਾਹੀ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਇਸ ਚੈਨਲ ਦੇ ਜ਼ਰੀਏ। ਔਰ ਫਿਰ ਤੋਂ ਪਾਸਟਰ ਜੀ ਨੇ ਦੁਬਾਰਾ ਮੌਕਾ ਦਿੱਤਾ ਆਪਣੇ ਚੈਨਲ ਤੇ ਆਉਣ ਦਾ। ਔਰ ਅਸੀਂ ਅੱਜ ਵੀ ਕੁਝ ਵਚਨ ਦੇ ਵਿੱਚੋਂ ਆਪਾਂ ਕੁਝ ਸ਼ੇਅਰ ਕਰਾਂਗੇ ਔਰ ਤੁਹਾਡੇ ਲਈ ਅਸੀਂ ਪ੍ਰਭੂ ਦੇ ਕੁਝ ਵਚਨ ਲੈ ਕੇ ਆਵਾਂਗੇ। ਔਰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ ਜਿਸ ਤਰ੍ਹਾਂ ਲੋਕ ਖੁਸ਼ਖਬਰੀ ਦੁਨੀਆ ਭਰ ਦੇ ਵਿੱਚ ਸੁਣਾ ਰਹੇ ਆ, ਔਰ ਅਸੀਂ ਵੀ ਅੱਜ ਪਰਮੇਸ਼ਵਰ ਦੇ ਖੁਸ਼ਖਬਰੀ ਨੂੰ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਹਾਲੇਲੂਇਆ। ਸੋ ਪਾਸਟਰ ਜੀ, ਜੋ ਹੁਣ ਸਮਾਂ ਆ, ਇਹ ਦਸੰਬਰ ਦਾ ਸਮਾਂ ਆ ਜੀ, ਖੁਸ਼ਖਬਰੀ ਦਾ ਸਮਾਂ ਹੈ ਜੀ। ਕਿ ਲੋਕ ਇੱਕ ਪ੍ਰੋਗਰਾਮ ਜਿੱਦਾਂ ਪਾਰਟੀਆਂ, ਜਿੱਦਾਂ ਕ੍ਰਿਸਮਸ ਪਾਰਟੀਆਂ ਕਰਦੇ ਆ ਜੀ, ਕਿ ਉਹਦੇ ਵਿੱਚ ਫੈਲੋਸ਼ਿਪ ਵੀ ਕਰਦੇ ਆ ਜੀ, ਉਹਦੇ ਵਿੱਚ ਭੈਣ ਭਰਾ ਇਕੱਠੇ ਵੀ ਹੁੰਦੇ ਆ ਜੀ, ਔਰ ਪ੍ਰਭੂ ਦਾ ਵਚਨ ਵੀ ਦੱਸਦੇ ਆ ਜੀ। ਤੇ ਅੱਜ ਆਪਾਂ ਉਹ ਵਚਨ ਜੋ ਪਰਮੇਸ਼ਵਰ ਨੇ ਸਾਨੂੰ ਜੋ ਪ੍ਰੇਮ ਦਿਖਾਇਆ ਜੀ, ਅੱਜ ਆਪਾਂ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਆ ਜੀ। ਤੇ ਪ੍ਰਭੂ ਤੁਹਾਨੂੰ ਬਰਕਤ ਦੇਣ ਕਿ ਮੇਰੇ ਕੋਲ 5 ਸਵਾਲ ਆ ਜੀ, ਤੇ ਤੁਸੀਂ ਮੈਨੂੰ ਉਹ 5 ਸਵਾਲਾਂ ਦਾ ਮੈਨੂੰ ਜਵਾਬ ਦੇਣਾ ਜੀ। ਜ਼ਰੂਰ। ਸੋ ਪਹਿਲਾ ਆਪਣਾ ਵਿਸ਼ਾ ਹੈਗਾ ਆ ਜੀ, ਪ੍ਰੇਮ ਦਾ ਵਿਸ਼ਾ ਆ। ਪਹਿਲਾ ਸਾਡਾ ਕੁਐਸਚਨ ਆ, ਪ੍ਰੇਮ ਕੀ ਆ? ਹਾਲੇਲੂਇਆ। ਬਹੁਤ ਅੱਛਾ ਕੁਐਸਚਨ ਪਾਸਟਰ ਜੀ ਨੇ ਪੁੱਛਿਆ ਕਿ ਪ੍ਰੇਮ ਕੀ ਆ। ਦੁਨੀਆ ਦੇ ਵਿੱਚ ਅਸੀਂ ਪ੍ਰੇਮ ਦੀਆਂ ਕਿੰਨੇ ਤਰ੍ਹਾਂ ਦੀਆਂ ਡੈਫੀਨੇਸ਼ਨਸ ਦੇਖਦੇ ਆ, ਕਿੰਨੇ ਤਰ੍ਹਾਂ ਦੇ ਪ੍ਰੇਮ ਦੇਖਦੇ ਆ, ਪਰ ਅੱਜ ਅਸੀਂ ਬਾਈਬਲ ਦੇ ਅਨੁਸਾਰ ਦੇਖਾਂਗੇ ਕਿ ਬਾਈਬਲ ਸਾਨੂੰ ਪ੍ਰੇਮ ਦੇ ਬਾਰੇ ਕੀ ਦੱਸ ਰਹੀ ਹੈ। ਹੁਣ ਪਾਸਟਰ ਜੀ ਨੇ ਸਵਾਲ ਪੁੱਛਿਆ, ਪ੍ਰੇਮ ਕੀ ਆ? ਆਓ ਅਸੀਂ ਸਾਰੇ ਆਪਣੀ ਪਵਿੱਤਰ ਬਾਈਬਲਾਂ ਨੂੰ ਖੋਲਾਂਗੇ। ਜਿਨ੍ਹਾਂ ਦੇ ਕੋਲ ਪਵਿੱਤਰ ਬਾਈਬਲ ਆ, ਅਸੀਂ ਅੱਜ ਖੋਲਾਂਗੇ ਪਹਿਲਾ ਕੁਰਿੰਥੀਆਂ ਨਏ ਨਿਯਮ ਦੀ ਕਿਤਾਬ ਦੇ ਵਿੱਚ। ਪਹਿਲਾ ਕੁਰਿੰਥੀਆਂ ਉਹਦਾ 13ਵੇਂ ਚੈਪਟਰ ਤੋਂ ਮੈਂ ਅੱਜ ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇਹਦੇ ਵਿੱਚ ਲਿਖਿਆ ਆ 13 ਦੀ ਪਹਿਲਾਂ ਤੋਂ ਮੈਂ ਪੜੂੰਗਾ। यदि मैं मनुष्य और स्वर्गदूतों की बोलियां बोलूं और प्रेम न रखूं तो मैं ठनठनाता हुआ पीतल और झनझनाती हुई झांझ हूं। परमेश्वर दा वचन कहंदा कि यदि मैं मनुष्यां ਦੀਆਂ ਬੋਲੀਆਂ ਬੋਲਾਂ, स्वर्गदूतां ਦੀਆਂ ਬੋਲੀਆਂ ਬੋਲਾਂ, अगर मेरे जीवन ਦੇ ਅੰਦਰ मैं प्रेम ना रखां ਤਾਂ मैं ठनठनाता ਹੋਇਆ ਪਿੱਤਲ ਆ, ਤਾਂ ਝਨਝਨਾਤੀ ਹੋਈ ਜਾਂਝ। ਜਿੱਦਾਂ ਮਿਊਜ਼ਿਕ ਵੱਜਦਾ ਹੈ ਉਹਨੂੰ ਵਜਾ ਕੇ ਆਪਾਂ ਛੱਡ ਜਾਂਦੇ ਆ, ਅਸੀਂ ਬਸ ਉਹ ਵੱਜਣ ਵਾਲੇ ਆ, ਉਹ ਸਾਨੂੰ ਜਿਹੜਾ ਛੱਡ ਦਿੱਤਾ ਜਾਂਦਾ ਆ। और यदि मैं भविष्यवाणियां कर सकूं और सब भेदों और सब प्रकार के ज्ञान को समझूं और मुझे यहाँ तक पूरा विश्वास हो कि मैं पहाड़ों को हटा दूं, परंतु प्रेम न रखूं तो मैं कुछ भी नहीं। ਪਵਿੱਤਰ ਵਚਨ ਕਹਿ ਰਿਹਾ ਕਿ ਅਸੀਂ ਵਿਸ਼ਵਾਸ ਦੇ ਨਾਲ ਚਾਹੇ ਕਿੰਨੇ ਵੱਡੇ ਵੀ ਕੰਮ ਕਰ ਦਈਏ, ਪਹਾੜ ਨੂੰ ਕਹੀਏ ਪਹਾੜ ਉਖੜ ਕੇ ਇੱਧਰ ਚਲੇ ਜਾ, ਉਖੜ ਕੇ ਚਲੇ ਜਾਊਗਾ। ਔਰ ਜਿੰਨੇ ਵੀ ਆਪਾਂ ਭਵਿੱਖਬਾਣੀਆਂ ਵੀ ਕਰ ਸਕੀਏ, ਪਰ ਜੇ ਸਾਡੇ ਜੀਵਨ ਦੇ ਅੰਦਰ ਪ੍ਰੇਮ ਹੈ ਨਹੀਂ ਤਾਂ ਆਪਾਂ ਕੁਝ ਵੀ ਹੈ ਨਹੀਂ। ਫਿਰ ਇਹਦੇ ਵਿੱਚ ਪਵਿੱਤਰ ਵਚਨ ਦੇ ਵਿੱਚ ਅੱਗੇ ਲਿਖਿਆ ਕਿ यदि मैं अपनी संपत्ति संपूर्ण कंगालों को खिला दूं या अपनी देह जलाने के लिए दे दूं, अगर प्रेम न रखूं तो मुझे कुछ भी लाभ नहीं। ਇੱਥੋਂ ਤੱਕ ਕਹਿਤਾ ਕਿ ਮੈਂ ਆਪਣੀ ਜਿਹੜੀ ਸੰਪਤੀ ਹੈ ਭਾਵੇਂ ਕੰਗਾਲਾਂ ਨੂੰ ਖਿਲਾ ਦਵਾਂ, ਆਪਣੀ ਜਿਹੜੀ ਸੰਪਤੀ ਹੈ ਦਾਨ ਵੀ ਕਰ ਦਵਾਂ, ਜਿਹੜੀ ਆਪਣੀ ਦੇਹ ਹੈ ਇਹਨੂੰ ਸਾੜ ਵੀ ਦਵਾਂ, ਜੇ ਮੇਰੇ ਅੰਦਰ ਪ੍ਰੇਮ ਹੈ ਨਹੀਂ ਤਾਂ ਮੈਂ ਕੁਝ ਵੀ ਹੈ ਨਹੀਂ। ਇਸ ਕਰਕੇ ਪਵਿੱਤਰ ਵਚਨ ਕਿੰਨਾ ਪ੍ਰੇਮ ਤੇ ਜ਼ੋਰ ਦੇ ਰਿਹਾ ਹੈ ਕਿ ਜੇ ਸਾਡੇ ਵਿੱਚ ਅੱਜ ਦੁਨੀਆ ਕੀ ਕਰਦੀ ਆ, ਧਰਮ ਦੇ ਕੰਮ ਦਿਖਾ ਰਹੀ ਆ, ਪ੍ਰੇਮ ਦਿਖਾ ਰਹੀ ਆ ਉਤੋਂ ਤੋਂ ਕਿ ਮੈਂ ਅੱਜ ਦਾਨ ਕਰ ਰਿਹਾ ਆ ਤਾਂ ਇਹ ਮੇਰਾ ਕੀ ਆ, ਪ੍ਰੇਮ। ਪਰ ਪਰਮੇਸ਼ਵਰ ਕਹਿ ਰਿਹਾ ਅਗਰ ਤੂੰ ਕਰ ਰਿਹਾ ਆ ਠੀਕ ਆ, ਪਰ ਜੇ ਤੇਰੇ ਅੰਦਰ ਪ੍ਰੇਮ ਹੈ ਨਹੀਂ ਤਾਂ ਤੂੰ ਕੁਝ ਵੀ ਨਹੀਂ ਹੈਗਾ। ਹੁਣ ਅੱਗੇ ਪ੍ਰੇਮ ਬਾਰੇ ਪਰਮੇਸ਼ਵਰ ਦਾ ਵਚਨ ਕੀ ਦੱਸ ਰਿਹਾ? ਪ੍ਰੇਮ ਧੀਰਜਵੰਤਾ। ਹਾਲੇਲੂਇਆ। ਪ੍ਰੇਮ ਜਿਹੜਾ ਆ ਧੀਰਜਵੰਤਾ। ਦੂਸਰਾ ਨੰਬਰ ਪ੍ਰੇਮ ਕਿਰਪਾਲੂ ਆ। ਸਾਡੇ ਅੰਦਰ ਪ੍ਰੇਮ ਹੋਊਗਾ ਤਾਂ ਸਾਡਾ ਜੀਵਨ ਕਿੱਦਾਂ ਦਾ ਹੋਊਗਾ? ਕਿਰਪਾ ਕਰਨ ਵਾਲਾ ਜੀਵਨ ਹੋਊਗਾ। ਪ੍ਰੇਮ ਢਾ ਨਹੀਂ ਕਰਤਾ। ਜਿਹੜਾ ਪਰਮੇਸ਼ਰ ਦਾ ਪ੍ਰੇਮ ਆ, ਜਿਹੜਾ ਪ੍ਰੇਮ ਅਸਲੀ ਪ੍ਰੇਮ ਪ੍ਰਭੂ ਯਿਸੂ ਮਸੀਹ ਦਾ ਜਿਹਦੇ ਅੰਦਰ ਆ, ਉਹ ਕਦੀ ਢਾਹ ਨਹੀਂ ਕਰਦਾ। ਉਹ ਕਿਸੇ ਦੇ ਨਾਲ ਨਫ਼ਰਤ ਨਹੀਂ ਰੱਖਦਾ, ਉਹ ਕਿਸੇ ਦੇ ਪ੍ਰਤੀ
ਦੁਸ਼ਮਣੀ ਨਹੀਂ ਰੱਖਦਾ ਔਰ ਪ੍ਰੇਮ ਆਪਣੀ ਵਡਿਆਈ ਨਹੀਂ ਕਰਦਾ। ਅੱਜ ਲੋਕ ਜਿਹੜਾ ਸਾਰਾ ਕੁਝ ਕਿਉਂ ਪਹਿਲਾਂ ਲਿਖਿਆ ਕਿ ਜੇ ਤੂੰ ਆਪਣੀ ਸੰਪਤੀ ਕੰਗਾਲਾਂ ਨੂੰ ਵੀ ਖਿਲਾ ਦੇਵੇਂ, ਜੇ ਪ੍ਰੇਮ ਨਾ ਰੱਖੇ ਤਾਂ ਤੈਨੂੰ ਕੁਝ ਵੀ ਲਾਭ ਨਹੀਂ। ਇਹਦਾ ਮਤਲਬ ਕਿ ਜੇ ਤੂੰ ਪ੍ਰੇਮ ਨੂੰ ਆਪਣੀ ਜਿਹੜੀ ਪ੍ਰੇਮ ਅਸਲੀ ਪ੍ਰੇਮ ਆ ਉਹ ਆਪਣੀ ਵਡਿਆਈ ਨਹੀਂ ਕਰਦਾ। ਉਹ ਜਦੋਂ ਆਪਣੀ ਕਿਸੇ ਨੂੰ ਦਾਨ ਕਰਦਾ ਆ, ਪੁੰਨ ਕਰਦਾ ਆ, ਉਹ ਆਪਣੀ ਵਡਿਆਈ ਨਹੀਂ ਚਾਹੁੰਦਾ। ਜਿਹੜਾ ਆਪਣੀ ਵਡਿਆਈ ਚਾਹੁੰਦਾ ਇਹਦਾ ਅੰਦਰ ਉਹਦੇ ਅੰਦਰ ਪ੍ਰੇਮ ਨਹੀਂ ਹੈਗਾ। ਹੁਣ ਅੱਗੇ ਪ੍ਰੇਮ ਬਾਰੇ ਪਰਮੇਸ਼ਰ ਦਾ ਵਚਨ ਦੱਸਦਾ, ਪ੍ਰੇਮ ਕਦੀ ਫੂਲਦਾ ਨਹੀਂ। ਅੱਜ ਦੁਨੀਆ ਕੀ ਕਰਦੀ ਆ, ਪ੍ਰੇਮ ਦਿਖਾ ਕੇ ਦੁਨੀਆ ਨੂੰ ਆਪਣੀ ਤਾਰੀਫਾਂ ਲੈਂਦੀ ਆ, ਤਾਰੀਫ ਲੈ ਕੇ ਬਾਅਦੋਂ ਫੁੱਲਦੇ ਆ। ਤਾਂ ਪਰ ਜਿਹਦੇ ਅੰਦਰ ਸਹੀ ਪ੍ਰੇਮ ਆ ਉਹ ਕਦੀ ਵੀ ਫੁੱਲਦਾ ਨਹੀਂ ਆ। ਵੇ ਕਿ ਲਿਖਿਆ ਹੈ, ਵੇ ਅਨਿਰੀਤੀ ਨਹੀਂ ਚਾਹਤਾ, ਵੇ ਆਪਣੀ ਭਲਾਈ ਨਹੀਂ ਚਾਹਤਾ। ਪ੍ਰੇਮ ਜਿਹੜਾ ਆ ਉਹ ਅਨਿਰੀਤੀ ਦਾ ਮਤਲਬ ਕਿ ਉਹ ਸਿਰਫ ਇੱਕ ਡਾਇਰੈਕਸ਼ਨ ਤੇ ਚੱਲਦਾ ਆ ਪਰਮੇਸ਼ਰ ਦੇ ਵਚਨਾਂ ਅਨੁਸਾਰ। ਐਵੇਂ ਇੱਧਰ ਉੱਧਰ ਅਨਿਰੀਤੀ ਨਹੀਂ ਚੱਲਦਾ। ਔਰ ਜਿਹੜਾ ਆ ਭਲਾਈ ਨਹੀਂ ਚਾਹੁੰਦਾ, ਬੁਰਾ ਨਹੀਂ ਮੰਨਦਾ। ਪ੍ਰੇਮ ਕਦੀ ਬੁਰਾ ਨਹੀਂ ਮੰਨਦਾ। ਅਸੀਂ ਕੀ ਕਰਦੇ ਆ, ਜੇਕਰ ਸਾਨੂੰ ਕੋਈ ਵੀ ਚੀਜ਼, ਕੋਈ ਆਪਾਂ ਨੂੰ ਕੋਈ ਟਾਨਾ ਮਾਰ ਦਿੰਦਾ ਆ, ਮੇਨਾ ਮਾਰ ਦਿੰਦਾ ਆ, ਆਪਾਂ ਨੂੰ ਕੀ ਲੱਗਦਾ ਆ, ਬੁਰਾ ਲੱਗਦਾ ਆ। ਅਗਰ ਸਾਡੇ ਅੰਦਰ ਪਰਮੇਸ਼ਰ ਦਾ ਪਵਿੱਤਰ ਵਚਨ ਵਾਲਾ ਪ੍ਰੇਮ ਆ ਤਾਂ ਲਿਖਿਆ ਕਿ ਪ੍ਰੇਮ ਕਦੀ ਬੁਰਾ ਨਹੀਂ ਮੰਨਦਾ। ਔਰ ਇਹਦੇ ਵਿੱਚ ਪਵਿੱਤਰ ਵਚਨ ਦੇ ਵਿੱਚ ਦੱਸਿਆ ਆ ਕਿ ਪ੍ਰੇਮ ਕਿੰਨਾ ਜਿਹੜਾ ਆ ਪ੍ਰਭਾਵਸ਼ਾਲੀ ਆ, ਕਿਤਨਾ ਸ਼ਕਤੀਸ਼ਾਲੀ ਆ ਕਿ ਜਿਹੜੇ ਅੰਦਰ ਪ੍ਰੇਮ ਆ ਜਾਂਦਾ ਆ ਉਹ ਕਦੇ ਫੁੱਲਦਾ ਨਹੀਂ, ਉਹ ਕਦੀ ਕਿਸੇ ਨਾਲ ਢਾਹ ਨਹੀਂ ਕਰਦਾ, ਕਦੀ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ, ਬਲਕਿ ਸਭ ਕੁਝ ਕੀ ਕਰਦਾ ਆ, ਸਹਿੰਦਾ ਆ। ਔਰ ਇਹੀ ਪ੍ਰੇਮ ਅਸੀਂ ਪਵਿੱਤਰ ਵਚਨ ਦੇ ਵਿੱਚ ਕਿਹਦੇ ਵੱਲ ਦੇਖਦੇ ਆ, ਪ੍ਰਭੂ ਯਿਸੂ ਮਸੀਹ ਵੱਲ। ਹਾਲੇਲੂਇਆ, ਹਾਲੇਲੂਇਆ। ਸੋ ਬਹੁਤ ਵਧੀਆ ਤੁਸੀਂ ਦੱਸਿਆ ਕਿ ਪ੍ਰੇਮ ਕੀ ਆ। ਹੁਣ ਤਾਂ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੁਣ ਪੂਰੀ ਤਰ੍ਹਾਂ ਕਿ ਪ੍ਰੇਮ ਕੀ ਆ। ਹਾਲੇਲੂਇਆ, ਹਾਲੇਲੂਇਆ। ਹੁਣ ਪਾਸੇ ਦੂਸਰਾ ਪੁਆਇੰਟ ਹੈਗਾ ਆਪਣਾ ਕਿ ਸਾਨੂੰ ਦੂਸਰੇ ਨਾਲ ਪ੍ਰੇਮ ਰੱਖਣਾ ਪਊਗਾ ਜੀ, ਜੇ ਮੈਂ ਨਾ ਚਾਹਾਂ ਤੇ। ਜੀ ਬਹੁਤ ਅੱਛਾ ਸਵਾਲ ਆ ਕਿ ਮੈਨੂੰ ਦੂਜਿਆਂ ਦੇ ਨਾਲ ਪ੍ਰੇਮ ਕਰਨਾ ਪਊਗਾ ਜੇ ਮੈਂ ਨਾ ਪ੍ਰੇਮ ਕਰਾਂ। ਚਲੋ ਆਓ ਅਸੀਂ ਪਵਿੱਤਰ ਵਚਨ ਵੱਲ ਦੇਖਦੇ ਹਾਂ ਕਿ ਪਵਿੱਤਰ ਵਚਨ ਸਾਨੂੰ ਇਸ ਬਾਰੇ ਕੀ ਕਹਿ ਰਿਹਾ ਹੈ। ਆਪਾਂ ਖੋਲਾਂਗੇ ਯਹੂਨਾ ਦੀ ਕਿਤਾਬ, ਪਵਿੱਤਰ ਵਚਨ ਦੇ ਵਿੱਚੋਂ ਨਵੇਂ ਨਿਯਮ, ਯਹੂਨਾ ਦੀ ਅੰਜੀਲ, ਯਹੂਨਾ ਦੀ ਕਿਤਾਬ, ਉਹਦਾ 13ਵਾਂ ਚੈਪਟਰ, ਉਹਦੀ 34 ਤੋਂ 35 मैं पढ़ता। परमेश्वर का वचन कह रहा है, मैं तुम्हें नई आज्ञा देता हूं कि एक दूसरे से प्रेम रखो। प्रभु यीशु मसीह थे अपने चेलियां नूं की कह रहे हैं, मैं तुहानू एक नई आज्ञा देना है कि एक दूजे नाल की रखो, प्रेम रखो। और जैसा मैंने तुमसे प्रेम रखा है वैसे भी तुम भी एक दूसरे से प्रेम रखो। मैं जिन्ने चिर तुहाडे नाल रहा आ, ਅਸੀਂ अपनी सेवकाई च अपनी मिनिस्ट्री च मैं किद्दां तुहानू अपना प्यार दिखाया, मैं किद्दां दुनिया नू अपना प्यार दिखाना है, इदां ही तुसीं प्यार एक दूसरे नू दिखाओ। यदि आपस में प्रेम रखोगे तो इसी से सब जानेंगे कि तुम मेरे चेले हो। ਹੁਣ ਜਿਹੜੇ ਆ ਮੇਰੀ ਸੇਵਕਾਈ, ਮੈਂ ਜਲਦ ਤੁਹਾਨੂੰ ਛੱਡ ਕੇ ਪਿਤਾ ਦੇ ਕੋਲ ਚੱਲ ਜਾਣਾ ਆ, ਪਰ ਮੇਰੇ ਪਿੱਛੇ ਜਦੋਂ ਤੁਸੀਂ ਆਪਣੇ ਪ੍ਰੇਮ ਨੂੰ ਦਿਖਾਓਗੇ ਤਾਂ ਦੁਨੀਆ ਜਾਣੂਗੀ ਕਿ ਤੁਸੀਂ ਮੇਰੇ ਕੀ ਆ, ਚੇਲੇ ਆ। ਹੁਣ ਪਾਸਟਰ ਜੀ ਦਾ ਸਵਾਲ ਸੀਗਾ ਕਿ ਸਾਨੂੰ ਦੂਜਿਆਂ ਨਾਲ ਪ੍ਰੇਮ ਰੱਖਣਾ ਪਊਗਾ। ਹੁਣ ਪ੍ਰਭੂ ਦਾ ਵਚਨ ਕਹਿ ਰਿਹਾ ਆ ਕਿ ਅਗਰ ਤੁਸੀਂ ਮੇਰੇ ਚੇਲੇ ਆ ਤਾਂ ਤੁਹਾਨੂੰ ਇੱਕ ਦੂਜੇ ਨਾਲ ਕੀ ਰੱਖਣਾ ਪਊਗਾ, ਪਿਆਰ ਰੱਖਣਾ ਪਊਗਾ। ਇਹ ਸਵਾਲ ਪੁੱਛਿਆ ਕਿ ਅਗਰ ਮੈਂ ਨਾ ਰੱਖਾਂ, ਅਗਰ ਆਪਾਂ ਨਹੀਂ ਰੱਖਦੇ, ਇਹਦਾ ਮਤਲਬ ਅਸੀਂ ਪ੍ਰਭੂ ਦੇ ਵਚਨਾਂ ਤੇ ਨਹੀਂ ਚੱਲਦੇ। ਅਸੀਂ ਜੇ ਨਹੀਂ ਪ੍ਰੇਮ ਰੱਖਾਂਗੇ ਤਾਂ ਅਸੀਂ ਪ੍ਰਭੂ ਦੇ ਚੇਲੇ ਨਹੀਂ ਠਹਿਰ ਸਕਦੇ। ਇਸ ਕਰਕੇ ਪ੍ਰਭੂ ਯਿਸੂ ਮਸੀਹ ਕਹ ਰਹੇ, ਮੈਂ ਤੁਹਾਨੂੰ ਨਹੀਂ ਆਗਿਆ ਦਿੰਦਾ ਆ ਕਿ ਤੁਸੀਂ ਇੱਕ ਦੂਸਰੇ ਨਾਲ ਕੀ ਕਰੋ, ਪ੍ਰੇਮ ਕਰੋ। ਹਾਲੇਲੂਇਆ, ਹਾਲੇਲੂਇਆ। ਸੋ ਬਹੁਤ ਵਧੀਆ ਤੁਸੀਂ ਸਾਨੂੰ ਦੱਸਿਆ। ਪਹਿਲਾਂ ਆਪਾਂ ਪੁੱਛਿਆ ਪ੍ਰੇਮ ਕੀ ਆ ਜੀ, ਪ੍ਰੇਮ ਕੀ ਆ ਬਾਰੇ ਤੁਸੀਂ ਦੱਸਿਆ ਜੀ ਕਿ ਹੁਣ ਆਪਾਂ ਦੂਸਰਾ ਸੀਗਾ ਪੁਆਇੰਟ ਕਿ ਸਾਨੂੰ ਦੂਸਰੇ ਨਾਲ ਪ੍ਰੇਮ ਰੱਖਣਾ ਪਊਗਾ ਜੀ ਜੇ ਮੈਂ ਨਾ ਚਾਹਾਂ ਤੇ ਜੀ। ਲੇਕਿਨ ਪਰਮੇਸ਼ਵਰ ਨੇ ਕਿਹਾ ਕਿ ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਜੀ ਤਾਂ ਤੁਸੀਂ ਮੇਰੇ ਚੇਲੇ ਹੋਗੇ। ਹਾਲੇਲੂਇਆ, ਹਾਲੇਲੂਇਆ। ਸੋ ਬਸ ਤੀਸਰਾ ਪੁਆਇੰਟ ਹੈਗਾ ਕਿ ਪਰਮੇਸ਼ਵਰ ਮੇਰੇ ਨਾਲ ਸੱਚਮੁੱਚ ਪ੍ਰੇਮ ਰੱਖਦਾ ਆ। ਕੀ ਸਬੂਤ ਆ, ਕੀ ਪ੍ਰੂਫ ਆ? ਹਾਲੇਲੂਇਆ। ਹਰ ਇੱਕ ਸਵਾਲ ਜਿਹੜਾ ਆ ਬਹੁਤ ਅੱਛਾ ਆ ਕਿ ਵਾਕਈ ਹਰੇਕ ਇਨਸਾਨ ਦੇ ਅੰਦਰ ਇੱਕ ਸਵਾਲ ਹੁੰਦਾ ਆ ਕਿ ਪਰਮੇਸ਼ਵਰ ਸੱਚੀ ਮੇਰੇ ਨਾਲ ਪ੍ਰੇਮ ਰੱਖਦਾ ਆ, ਉਹਦਾ ਕੀ ਸਬੂਤ ਆ? ਕਿਉਂ ਇਨਸਾਨ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਆ? ਜਦੋਂ ਇਨਸਾਨ ਦੇ ਜੀਵਨ ਦੇ ਵਿੱਚ ਦੁੱਖ ਆਉਂਦੇ ਆ, ਜਦੋਂ ਇਨਸਾਨ ਦੇ ਜੀਵਨ ਦੇ ਵਿੱਚ ਪਰੇਸ਼ਾਨੀ ਆਉਂਦੀਆਂ, ਉਹਨੂੰ ਇੱਕ ਟਾਈਮ ਇਦਾਂ ਲੱਗਦਾ ਆ ਕਿ ਮੈਨੂੰ ਕੋਈ ਵੀ ਪਿਆਰ ਨਹੀਂ ਕਰਦਾ, ਮੇਰੇ ਪੇਰੈਂਟਸ ਮੈਨੂੰ ਛੱਡ ਗਏ, ਮੇਰੇ ਭੈਣ ਭਰਾ ਮੈਨੂੰ ਛੱਡ ਗਏ, ਵੇ ਰੱਬਾ ਤੂੰ ਵੀ ਮੈਨੂੰ ਕੀ ਕੀਤਾ, ਛੱਡ ਦਿੱਤਾ। ਪਰ ਬਾਈਬਲ ਸਾਨੂੰ ਕੀ ਕਹਿੰਦੀ ਆ ਕਿ ਪਰਮੇਸ਼ਰ ਵਾਕਈ ਸਾਨੂੰ ਪ੍ਰੇਮ ਕਰਦੇ ਆ। ਉਹਦਾ ਕੀ ਸਬੂਤ? ਆइए ਅਸੀਂ ਪੜ੍ਹਦੇ ਹਾਂ ਯਹੂਨਾ 3:16। ਯਹੂਨਾ ਦੀ ਕਿਤਾਬ ਅਸੀਂ ਉਹਦੇ 3:16 ਪੜਾਂਗੇ। ਇਹਦੇ ਵਿੱਚ ਲਿਖਿਆ, ਕਿਉਂਕਿ ਪਰਮੇਸ਼ਵਰ ਨੇ
जगत से ऐसा प्रेम रखा कि उसने अपना इकलौता पुत्र दे दिया, ताकि जो कोई उस पर विश्वास करे वह नष्ट ना हो परंतु अनंत जीवन पाए। ਇਹਦੇ ਵਿੱਚ ਪਰਮੇਸ਼ਰ ਦਾ ਵਚਨ ਕਹਿ ਰਿਹਾ ਕਿਉਂਕਿ ਪਰਮੇਸ਼ਰ ਨੇ ਜਗਤ से ऐसा प्रेम रखा। ਜਗਤ ਦੇ ਵਿੱਚ ਸਾਰੀ ਦੁਨੀਆ ਆ ਜਾਂਦੀ ਆ, ਅਸੀਂ ਸਾਰੇ ਇੱਕ ਇੱਕ ਇਨਸਾਨ ਜਗਤ ਦੇ ਵਿੱਚ ਆਨੇ ਆ। ਕਹਿੰਦੇ ਪਰਮੇਸ਼ਰ ਨੇ ਜਗਤ ਦੇ ਨਾਲ ਇਸ ਤਰ੍ਹਾਂ ਦਾ ਪ੍ਰੇਮ ਰੱਖਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਜਿਹੜਾ ਕੋਈ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ, ਅਨੰਤ ਕਾਲ ਦਾ ਜੀਵਨ ਪਾਏ। ਹੁਣ ਅਸੀਂ ਕੀ ਕਰਨਾ ਆ? ਪਰਮੇਸ਼ਰ ਦੇ ਪ੍ਰੇਮ ਨੂੰ ਅਗਰ ਅਸੀਂ ਚੱਕਣਾ ਆ ਤਾਂ ਸਾਨੂੰ ਉਹਦੇ ਪੁੱਤਰ ਤੇ ਕੀ ਕਰਨਾ ਪੈਣਾ ਆ? ਵਿਸ਼ਵਾਸ ਕਰਨਾ ਪੈਣਾ। ਅਗਰ ਅਸੀਂ ਉਸਦੇ ਪੁੱਤਰ ਤੇ ਵਿਸ਼ਵਾਸ ਕਰਾਂਗੇ ਤਾਂ ਅਸੀਂ ਉਹਦੇ ਪ੍ਰੇਮ ਨੂੰ ਅਨੁਭਵ ਕਰਾਂਗੇ ਕਿ ਪ੍ਰਭੂ ਪਰਮੇਸ਼ਰ ਨੇ ਸਲੀਬ ਉੱਤੇ ਸਾਡੇ ਲਈ ਕਿੱਦਾਂ ਪ੍ਰੇਮ ਦਿਖਾਇਆ, ਉਸ ਇਕਲੌਤੇ ਨੇ ਕਿਸ ਤਰ੍ਹਾਂ ਸਾਨੂੰ ਪਰਮੇਸ਼ਰ ਦਾ ਪ੍ਰੇਮ ਦਿਖਾਇਆ। ਔਰ ਅਗਰ ਅਸੀਂ ਪ੍ਰੇਮ ਦੇਖਣਾ ਹੈ ਤਾਂ ਅਸੀਂ ਉਹਦੇ ਸਲੀਬ ਤੇ ਪ੍ਰਭੂ ਯਿਸੂ ਮਸੀਹ ਦਾ ਪ੍ਰੇਮ ਦੇਖ ਸਕਦੇ ਹਾਂ। ਔਰ ਪ੍ਰਭੂ ਸਾਨੂੰ ਇੱਕ ਇੱਕ ਨੂੰ ਪ੍ਰੇਮ ਕਰਦਾ। ਇਹ ਪ੍ਰਭੂ ਦਾ ਪ੍ਰੇਮ ਆ ਕਿ ਉਹਨੇ ਆਪਣੇ ਪੁੱਤਰ ਨੂੰ ਸਾਡੇ ਲਈ ਦਿੱਤਾ। ਹੁਣ ਪਰਮੇਸ਼ਰ ਦਾ ਪ੍ਰੇਮ ਆ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਹਦੀ ਕੀ ਕਰੀਏ? ਆਗਿਆ ਨੂੰ ਮੰਨੀਏ, ਅਸੀਂ ਪ੍ਰਭੂ ਦੀ ਹੁਕਮਾਂ ਨੂੰ ਮੰਨੀਏ, ਅਸੀਂ ਉਹਦੇ ਤੇ ਵਿਸ਼ਵਾਸ ਕਰੀਏ। ਪਰਮੇਸ਼ਰ ਕਹਿ ਰਿਹਾ ਮੈਂ ਆਪਣੇ ਪ੍ਰੇਮ ਤੁਹਾਡੇ ਉੱਤੇ ਕੀ ਕਰ ਦੂੰਗਾ? ਢੇਲ ਦੂੰਗਾ। ਔਰ ਦੂਸਰੀ ਮੈਂ ਤੁਹਾਨੂੰ ਅੱਜ ਪੜ੍ਹ ਕੇ ਸੁਣਾਣਾ, ਪਹਿਲਾ यूहन्ना, अपने को जिन्हें को भी बाइबल पई है करे आपसे सारे बाइबल नाल खोलांगे। पहला यूहन्ना ओदी 4 दी 9 ता 10 मैं सारे लिए पढ़ दूंगा। जो प्रेम परमेश्वर ने हमसे रखता है वह इससे प्रकट हुआ कि परमेश्वर ने अपने इकलौते पुत्र को जगत में भेजा कि हम उसके द्वारा ਜੀਵਨ ਪਾਏ। ਇਹਦਾ ਵਿੱਚ ਪਰਮੇਸ਼ਰ ਸਾਨੂੰ ਇੱਕੋ ਹੀ ਤਰ੍ਹਾਂ ਆਪਣਾ ਪ੍ਰੇਮ ਪ੍ਰਗਟ ਕਰਕੇ ਦਿਖਾ ਸਕਦੇ ਆ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਕਿੱਥੇ ਭੇਜਿਆ? ਜਗਤ ਤੇ ਭੇਜਿਆ। ਇਹ ਅਸੀਂ ਉਹਦੇ ਦੁਆਰਾ ਕੀ ਪਾਈਏ? ਜੀਵਨ ਪਾਈਏ। वचन कह रहे हैं प्रेम ਇਹਦੇ ਵਿੱਚ नहीं कि हमने परमेश्वर से प्रेम किया। प्रेम इसमें है कि उसने हमसे प्रेम किया और हमारे पापों के प्रायश्चित के लिए अपने पुत्र को भेजा। परमेश्वर ने साडे नाल इस तरह दा प्रेम किया, उन्हें अपने इकलौते पुत्र नूं भेजा और वो इसलिए आया ताकि साडे पाप दा प्रायश्चित करे, साडे पाप नूं अपने उत्ते उठाए और साडे पाप नूं उठा के साडे पापां नूं की कर सके? माफ कर सके। जेड़ी सजा साडे उत्ते तय सी, जेड़ी मोहर साडे उत्ते लग गई सी, परमेश्वर ने अपना प्रेम दिखाया कि आ जेड़े तुहाडे उत्ते मोहर लगी हुई आ मैं हुण अपने उत्ते चक लई आ। और इस तो वड्डा प्रेम होर कोई नहीं हो सकता कि जेड़ी सजा नूं मैं भुगतन जा रहा सी। अगर ਅਸੀਂ ਇੱਕ ਉਦਾਹਰਨ ਦੇ ਨਾਲ ਦੇਖਦੇ ਹਾਂ ਤੇ ਇੱਕ ਇਨਸਾਨ ਆ, ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਔਰ ਉਹ ਇਸ ਸਮੇਂ ਪੂਰਾ ਫਾਂਸੀ ਲਈ ਤਿਆਰ ਆ, ਉਹਦੇ ਉੱਤੇ ਕਾਲਾ ਕੱਪੜਾ ਪਾ ਦਿੱਤਾ ਗਿਆ। ਉੱਥੇ ਇੱਕ ਵਿਅਕਤੀ ਆ ਕੇ ਕਹੇ ਕਿ ਤੇਰੀ ਫਾਂਸੀ ਰੱਦ ਹੋ ਗਈ ਆ, ਇਹ ਹੁਣ ਮੈਂ ਤੇਰੀ ਕੀਮਤ ਦੇ ਦਿੱਤੀ ਆ, ਤਾਂ ਉਸ ਇਨਸਾਨ ਨੂੰ ਕਿੰਨਾ ਖੁਸ਼ੀ ਹੋਊਗੀ। ਇਸੇ ਤਰ੍ਹਾਂ ਹੀ ਸਾਡੇ ਉੱਤੇ ਪਾਪ ਦਾ ਡੰਨ ਜਿਹੜਾ ਲੱਗ ਗਿਆ ਸੀਗਾ ਅਦਨ ਦੇ ਬਾਗ ਵਿੱਚ, ਜਦੋਂ ਅਸੀਂ ਪਾਪ ਕੀਤਾ ਪਾਪ ਦਾ ਡੰਨ ਸਾਡੇ ਉੱਤੇ ਲੱਗਾ ਸੀ, ਪਰ ਪਰਮੇਸ਼ਰ ਨੇ ਆਪਣਾ ਪ੍ਰੇਮ ਦਿਖਾਇਆ, ਆਪਣਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜੀ ਸਜ਼ਾ ਤੁਸੀਂ ਸਹਿਣੀ ਆ ਉਹ ਮੈਂ ਆਪਣੇ ਉੱਤੇ ਲੈ ਲਈ। ਇਸ ਤੋਂ ਵੱਡਾ ਪਰਮੇਸ਼ਰ ਦਾ ਪ੍ਰੇਮ ਹੋਰ ਕੋਈ ਨਹੀਂ ਹੈਗਾ। ਔਰ ਇਹੀ ਸਬੂਤ ਆ। ਪਾਸਟਰ ਨੇ ਪੁੱਛਿਆ ਕੀ ਸਬੂਤ ਆ? ਅਗਰ ਪਰਮੇਸ਼ਰ ਦੇ ਪ੍ਰੇਮ ਨੂੰ ਤੁਸੀਂ ਦੇਖਣਾ ਤਾਂ ਇੱਕੋ ਹੀ ਸਬੂਤ ਆ, ਉਹ ਹੈ ਪ੍ਰਭੂ ਯਿਸੂ ਮਸੀਹ। ਔਰ ਸਲੀਬ ਦੇ ਉੱਤੇ ਅਸੀਂ ਪਰਮੇਸ਼ਰ ਦੇ ਪ੍ਰੇਮ ਨੂੰ ਕੀ ਕਰ ਸਕਦੇ ਹਾਂ? ਦੇਖ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਸੋ ਬਹੁਤ ਵਧੀਆ ਪਾਸਟਰ ਤੁਸੀਂ ਦੱਸਿਆ ਸਬੂਤ ਬਾਰੇ, ਕਿੰਨੀਆਂ ਸੋਹਣੀਆਂ ਤੁਸੀਂ ਐਤਾਂ ਦੱਸੀਆਂ ਜੀ। ਔਰ ਇਹਨਾਂ ਦੀ ਇੰਨੀ ਗਹਿਰਾਈ ਇੰਨੀ ਵਧੀਆ ਆ ਕਿ ਇਹਦੇ ਵਿੱਚ ਹੁਣ ਸਬੂਤ ਦੀ ਕੋਈ ਗੱਲ ਹੀ ਨਹੀਂ ਰਹੀ ਜੀ। ਸੋ ਚੌਥਾ ਅਸੀਂ ਪੁਆਇੰਟ ਤੁਹਾਨੂੰ ਪੁੱਛਦੇ ਹਾਂ ਜੀ, ਅਸੀਂ ਆਪਣਾ ਪ੍ਰੇਮ ਕਿੱਦਾਂ ਪਰਮੇਸ਼ਵਰ ਨੂੰ ਪ੍ਰਗਟ ਕਰ ਸਕਦੇ ਹਾਂ? ਜੀ ਬਿਲਕੁਲ ਜੀ। ਅਸੀਂ ਆਪਣਾ ਪ੍ਰੇਮ ਪਰਮੇਸ਼ਰ ਨੂੰ ਕਿੱਦਾਂ ਪ੍ਰਗਟ ਕਰ ਸਕਦੇ ਹਾਂ? ਅੱਜ ਅਸੀਂ ਕਹਿੰਦੇ ਆ, ਪ੍ਰਾਰਥਨਾ ਕਰਦੇ ਆ, ਪ੍ਰਭੂ ਮੈਂ ਤੁਹਾਨੂੰ ਪ੍ਰੇਮ ਕਰਦਾ ਆ, ਪਰਮੇਸ਼ਰ ਅਸੀਂ ਤੁਹਾਨੂੰ ਪ੍ਰੇਮ ਕਰਦੇ ਆ, ਪਰ ਅਸੀਂ ਪਰਮੇਸ਼ਰ ਨੂੰ ਕਿੱਦਾਂ ਦਿਖਾਈਏ ਕਿ ਪ੍ਰਭੂ ਅਸੀਂ ਤੁਹਾਨੂੰ ਪ੍ਰੇਮ ਕਰਦੇ ਆ? ਆਏ ਅਸੀਂ ਪ੍ਰਭੂ ਦੇ ਵਚਨ ਵਿੱਚ ਪੜ੍ਹਦੇ ਆ यूहन्ना ਦੀ ਕਿਤਾਬ, यूहन्ना ਦੀ ਕਿਤਾਬ। ਸਾਰੇ ਆਪਣੇ ਵਚਨ ਨੂੰ ਖੋਲੋਗੇ, ਬਾਈਬਲ ਨੂੰ ਖੋਲ ਕੇ यूहन्ना ਦੀ ਕਿਤਾਬ ਉਹਦੀ 14 ਦੀ 21 ਅਸੀਂ यूहन्ना ਦੀ ਕਿਤਾਬ ਉਹਦੀ 14 ਦੀ 21 ਪੜਾਂਗੇ ਕਿ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ। ਕਹਿੰਦਾ जिसके पास मेरी आज्ञा है और वह उन्हें मानता है वही मुझसे प्रेम रखता है। ਅਸੀਂ ਕਿਸ ਤਰ੍ਹਾਂ ਪਰਮੇਸ਼ਰ ਨੂੰ ਆਪਣਾ ਪ੍ਰੇਮ ਦਿਖਾ ਸਕਦੇ ਹਾਂ? ਪਰਮੇਸ਼ਰ ਦਾ ਵਚਨ ਕਹਿ ਰਿਹਾ ਕਿ ਜਿਨ੍ਹਾਂ ਕੋਲ ਮੇਰੀਆਂ ਆਗਿਆ ਆ, ਜਿਹੜਾ ਉਹਨਾਂ ਨੂੰ ਮੰਨਦਾ ਆ ਉਹੀ ਮੇਰੇ ਨਾਲ ਕੀ ਕਰਦਾ ਆ? ਪ੍ਰੇਮ ਰੱਖਦਾ ਹੈ। ਹੁਣ ਜਿਸਦਾ ਇੱਕ ਪਿਤਾ ਆ, ਇੱਕ ਬੇਟਾ ਆ, ਉਹਦਾ ਮੇਰਾ ਵੀ ਇੱਕ ਬੇਟਾ ਆ, ਮੈਂ ਆਪਣੇ ਬੇਟੇ ਨੂੰ ਕਹਾਂਗਾ ਪੁੱਤ ਇਹ ਵਾਲਾ ਕੰਮ ਤੂੰ ਕਰਨਾ ਹੈ, ਇਹ ਵਾਲਾ ਕੰਮ ਨਹੀਂ ਕਰਨਾ। ਔਰ ਅਗਰ ਜਿਸ ਕੰਮ ਤੋਂ ਉਹਨੂੰ ਮੈਂ ਰੋਕ ਰਿਹਾ ਉਹ ਕਰੂੰਗਾ ਤਾਂ ਮੈਂ ਉਹ ਇਹਦਾ ਮਤਲਬ ਮੈਨੂੰ ਪ੍ਰੇਮ ਨਹੀਂ ਕਰਦਾ, ਉਹ ਆਪਣੀ ਮਰਜ਼ੀ ਕਰਦਾ। ਜਦੋਂ ਉਹ ਕਹੂਗਾ ਮੇਰੇ ਪਿਤਾ ਨੇ ਮੈਨੂੰ ਇਹ ਆਗਿਆ ਦਿੱਤੀ ਆ ਮੈਂ ਇਹਨੂੰ ਮੰਨੂਗਾ, ਤਾਂ ਪਿਤਾ ਜਾਣੂਗਾ ਕਿ ਮੇਰਾ ਪੁੱਤਰ ਮੇਰੇ ਨਾਲ ਪ੍ਰੇਮ ਕਰਦਾ, ਮੇਰੀ ਆਗਿਆ ਨੂੰ ਮੰਨਦਾ ਆ। ਇਸ ਤਰ੍ਹਾਂ ਪਰਮੇਸ਼ਰ ਨੇ ਜਿੰਨੀਆਂ ਵੀ
ਵੀ ਆਗਿਆਵਾਂ ਸਾਨੂੰ ਦਿੱਤੀਆਂ ਆ, ਅਗਰ ਅਸੀਂ ਇਹਦੇ ਮੰਨਣ ਦੇ ਵਿੱਚ ਵਫਾਦਾਰ ਆ ਤਾਂ ਅਸੀਂ ਪਰਮੇਸ਼ਰ ਨੂੰ ਦੱਸਦੇ ਆ, ਪ੍ਰਭੂ ਅਸੀਂ ਤੁਹਾਡੇ ਨਾਲ ਕੀ ਕਰਦੇ ਆ, ਪ੍ਰੇਮ ਕਰਦੇ ਆ। ਪਿਤਾ ਤੁਸੀਂ ਮੈਨੂੰ ਇਹ ਆਗਿਆ ਦਿੱਤੀ ਆ, ਪਰਮੇਸ਼ਰ ਨੇ ਆਗਿਆ ਦਿੱਤੀ ਚੋਰੀ ਨਾ ਕਰ, ਝੂਠ ਨਾ ਬੋਲ, ਗੁਨਾਹ ਨਾ ਕਰ, ਬੇਵਿਚਾਰ ਨਾ ਕਰ। ਪਰਮੇਸ਼ਰ ਮੈਂ ਕਰਕੇ ਦਿਖਾਊਂਗਾ। ਮੈਂ ਕਿਉਂ ਕਰਨਾ ਆ? ਕਿਉਂਕਿ ਮੈਂ ਤੁਹਾਡੇ ਨਾਲ ਕੀ ਕਰਦਾ ਆ, ਪ੍ਰੇਮ ਕਰਦਾ ਆ। ਕਿਉਂਕਿ ਪਹਿਲਾਂ ਤੁਸੀਂ ਮੇਰੇ ਨਾਲ ਪ੍ਰੇਮ ਕੀਤਾ, ਮੇਰੇ ਪਾਪਾ ਨੂੰ ਆਪਣੇ ਉੱਤੇ ਚੱਕਿਆ, ਪਰ ਇਹਦੇ ਲਈ ਤੁਸੀਂ ਮੇਰੇ ਲਈ ਇੰਨਾ ਕਰ ਦਿੱਤਾ। ਕੀ ਗੱਲ ਮੈਂ ਆਪਣਾ ਪ੍ਰੇਮ ਤੁਹਾਡੀ ਆਗਿਆ ਮੰਨ ਕੇ ਤੁਹਾਨੂੰ ਨਹੀਂ ਦਿਖਾ ਸਕਦਾ? ਮੈਂ ਤੁਹਾਡੀ ਆਗਿਆ ਮੰਨ ਕੇ ਆਪਣੇ ਪ੍ਰੇਮ ਨੂੰ ਤੁਹਾਡੇ ਲਈ ਪ੍ਰਗਟ ਕਰੂੰਗਾ। ਜਿੱਦਾਂ ਅਸੀਂ ਪੜਿਆ ਕਿ ਜਿसके पास मेरी आज्ञा है और वह उन्हें मानता है वही मुझसे प्रेम रखता है, और जो मुझसे प्रेम रखता है उससे मेरा पिता प्रेम रखेगा और मैं उसमें रहूंगा और वो अपने आप को उस पर प्रकट करूंगा। किन्ना प्रभु यीशु मसीह ਦਾ ਅੱਛਾ ਵਚਨ ਆ। ਅਗਰ ਤੁਸੀਂ ਮੇਰੇ ਵਚਨਾਂ ਨੂੰ ਮੰਨੋਗੇ, ਮੈਂ ਤੁਹਾਡੇ ਵਿੱਚ ਰਹੂੰਗਾ ਤੇ ਤੁਹਾਨੂੰ ਆਪਣੇ ਪਿਤਾ ਦੇ ਅੱਗੇ ਆਪਣੇ ਆਪ ਨੂੰ ਕੀ ਕਰੂੰਗਾ, ਪ੍ਰਗਟ ਕਰੂੰਗਾ। ਤੁਹਾਨੂੰ ਉਹ ਚੀਜ਼ਾਂ, ਉਹ ਗੱਲਾਂ ਤੁਹਾਨੂੰ ਸੁਣਾਉਂਗਾ ਜਿਹੜੀਆਂ ਜਗਤ ਦੇ ਬੁੱਧੀਮਾਨ ਨੂੰ ਵੀ ਮੈਂ ਗੱਲਾਂ ਨਹੀਂ ਦਸੀਆਂ, ਲੇਕਿਨ ਮੈਂ ਜਗਤ ਦੇ ਮੂਰਖਾਂ ਨੂੰ ਚੁਣਿਆ ਤਾਂ ਕਿ ਉਹ ਬੁੱਧਵਾਨਾਂ ਨੂੰ ਵੀ ਕੀ ਕਰਨ, ਲੱਜਵਾਨ ਕਰਨ। ਔਰ ਇਹ ਉਹੀ ਪਰਮੇਸ਼ਰ ਦੀ ਆਗਿਆ ਮੰਨ ਸਕਦਾ ਜਿਹੜਾ ਪਾਪ ਦੇ ਲਈ ਇੱਕ ਦਿਨ ਟੁੱਟ ਗਿਆ ਸੀ। ਪ੍ਰਭੂ ਮੈਨੂੰ ਮਾਫ ਕਰ, ਮੇਰੇ ਨੂੰ ਸ਼ੁੱਧ ਕਰ, ਮੈਂ ਅੱਜ ਤੋਂ ਬਾਅਦ ਪਾਪ ਨਹੀਂ ਕਰੂੰਗਾ। ਜਦੋਂ ਇਸ ਸਮਰਪਣ ਦੇ ਨਾਲ ਅਸੀਂ ਪਰਮੇਸ਼ਰ ਦੇ ਕੋਲ ਆਉਂਦੇ ਆ ਤਾਂ ਪਰਮੇਸ਼ਰ ਸਾਡੇ ਪ੍ਰੇਮ ਨੂੰ ਜਾਣਦਾ ਤੇ ਵਾਕਈ ਇਹ ਇਨਸਾਨ ਮੈਨੂੰ ਪ੍ਰੇਮ ਕਰਦਾ ਆ ਔਰ ਮੇਰੀ ਆਗਿਆ ਨੂੰ ਕੀ ਕਰਦਾ ਹੈ, ਮੰਨਦਾ ਹੈ। ਹਾਲੇਲੂਇਆ। ਸੋ ਆਪਾਂ 1 ਤੋਂ 4 ਤੱਕ ਦੇਖਦੇ ਹਾਂ। ਪਹਿਲਾਂ ਆਪਾਂ ਦੇਖਿਆ ਪ੍ਰੇਮ ਕੀ ਹੈ ਜੀ, ਦੂਸਰਾ ਆਪਾਂ ਦੇਖਿਆ ਕਿ ਸਾਨੂੰ ਦੂਸਰੇ ਨਾਲ ਪ੍ਰੇਮ ਰੱਖਣਾ ਪਊਗਾ ਜੇ ਮੈਂ ਨਾ ਚਾਹਾਂ ਜੀ। ਤੀਸਰਾ ਕੁਐਸਚਨ ਸੀ ਕਿ ਪਰਮੇਸ਼ਰ ਮੇਰੇ ਨਾਲ ਸੱਚਮੁੱਚ ਪ੍ਰੇਮ ਰੱਖਦੇ ਆ, ਕੀ ਸਬੂਤ ਆ ਜੀ। ਔਰ ਚੌਥਾ ਹੈ ਅਸੀਂ ਆਪਣਾ ਪ੍ਰੇਮ ਕਿੱਦਾਂ ਪਰਮੇਸ਼ਰ ਨੂੰ ਪ੍ਰਗਟ ਕਰ ਸਕਦੇ ਹਾਂ। ਤੇ ਤੁਸੀਂ ਬਹੁਤ ਵਧੀਆ ਬਾਈਬਲ ਦੇ ਵਿੱਚੋਂ ਆਇਤਾਂ ਲੈ ਕੇ ਇਹਦੀ ਬਹੁਤ ਸੋਹਣੀ ਐਕਸਪਲੇਨੇਸ਼ਨ ਕੀਤੀ। ਇਹਦੇ ਵਿੱਚ ਪੂਰਾ ਕਲੀਅਰ ਹੋ ਚੁੱਕਾ ਆ, ਕੋਈ ਕਿਸੇ ਵਿੱਚ ਮੇਰੇ ਹਿਸਾਬ ਨਾਲ ਡਾਊਟ ਨਹੀਂ ਹੋਣਾ ਚਾਹੀਦਾ। ਹਾਲੇਲੂਇਆ। ਤੇ ਬਾਕੀ ਜੋ ਦਰਸ਼ਕ ਵੀ ਪੂਰੇ ਵਿਸ਼ਵਾਸੀ ਆ, ਉਹ ਸਮਝਦੇ ਆ ਇਸ ਗੱਲ ਨੂੰ। ਵਚਨ ਦੇ ਮੁਤਾਬਿਕ ਕੋਈ ਵੀ ਗੱਲ ਤੁਸੀਂ ਆਪਣੇ ਕੋਲੋਂ ਨਹੀਂ ਦੱਸੀ ਜੀ, ਜੋ ਪਿੱਤਰ ਵਚਨ ਦੇ ਵਿੱਚ ਆ ਉਹੀ ਦੱਸਿਆ, ਕਿਉਂਕਿ ਇਹ ਪਿੱਤਰ ਵਚਨ ਸੱਚ ਆ। ਹਾਲੇਲੂਇਆ। ਇਹਦੇ ਵਿੱਚ ਸੱਚਾਈ ਆ, ਇਹੀ ਸਾਡੇ ਆਤਮਿਕ ਜੀਵਨ ਦੀ ਰੋਟੀ ਆ। ਹਾਲੇਲੂਇਆ। ਹਾਲੇਲੂਇਆ। ਸੋ ਪੰਜਵਾਂ ਆਪਾਂ ਲਾਸਟ ਪੁਆਇੰਟ ਦੇਖਦੇ ਆ, ਪਰਮੇਸ਼ਵਰ ਦਾ ਕੀ ਵਾਅਦਾ ਆ ਸਾਡੇ ਨਾਲ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚ ਬਹੁਤ ਸਾਰੇ ਵਾਅਦੇ ਆ ਸਾਡੇ ਨਾਲ, ਵਾਅਦਿਆਂ ਨਾਲ ਭਰੀ ਹੋਈ ਇਹ ਪੁਸਤਕ ਆ। ਪਰਮੇਸ਼ਰ ਸਾਨੂੰ ਵਚਨ ਦੇ ਦੁਆਰਾ ਸਾਨੂੰ ਤਾੜਨਾ ਵੀ ਦਿੰਦੇ ਆ। ਪਰਮੇਸ਼ਰ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਆਗਿਆਵਾਂ ਵੀ ਦਿੰਦੇ ਆ। ਪਰਮੇਸ਼ਰ ਆਪਣੇ ਸੁਭਾਅ ਨੂੰ ਵੀ ਦੱਸਦੇ ਆ ਔਰ ਪਰਮੇਸ਼ਰ ਆਪਣੇ ਵਾਅਦੇ ਵੀ ਦੱਸਦੇ ਆ। ਨਾਓ ਇਸ ਅਸੀਂ ਪਰਮੇਸ਼ਰ ਦਾ ਵਾਅਦਾ ਪੜ੍ਹਦੇ ਆ। ਰੋਮੀਆਂ ਦੀ ਕਿਤਾਬ, ਅਸੀਂ ਸਾਰੇ ਵਚਨ ਖੋਲਾਂਗੇ। ਰੋਮੀਆਂ ਦੀ ਕਿਤਾਬ ਉਹਦਾ 8 ਦਾ 39ਵਾਂ ਵਰਸ। ਰੋਮੀਆਂ ਦੀ ਕਿਤਾਬ ਉਹਦੀ 8 ਦੀ 39ਵੀਂ ਵਰਸ। कहना ना गहराई और ना कोई और सृष्टि हमें परमेश्वर के प्रेम से जो हमारे प्रभु यीशु मसीह में है अलग कर सकेगी। ये परमेश्वर दे दीवाने वही ये गल कह सकते हैं कि ना गहराई और ना कोई और सृष्टि हमें परमेश्वर के प्रेम से जो हमारे प्रभु यीशु मसीह में अलग कर सकती है। परमेश्वर ਦਾ ਵਾਅਦਾ ਸਾਡੇ ਨਾਲ ਆ ਕਿ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਕੀ ਆ, ਨਾਲ ਆ। ਹਰ ਇੱਕ ਭਾਰ ਦੇ ਦੱਬੇ ਹੋਏ ਲੋਕੋ ਮੈਂ ਤੁਹਾਨੂੰ ਆਰਾਮ ਦੇਵਾਂਗਾ। ਜੇ ਪਰਮੇਸ਼ਰ ਦਾ ਵਾਅਦਾ ਹੈ ਸਾਡੇ ਨਾਲ ਕਿ ਤੁਸੀਂ ਹਰੀਆਂ ਹਰੀਆਂ ਚਰਾਈਆਂ ਦੇ ਉੱਤੇ ਕੀ ਕਰੋਗੇ, ਚਰਾਉਂਗੇ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ। ਕਿਸ ਤਰ੍ਹਾਂ ਕਿੰਨੇ ਪਰਮੇਸ਼ਰ ਦੇ ਵਾਅਦੇ ਆ, ਪਰ ਪਰਮੇਸ਼ਰ ਦੇ ਵਿੱਚ ਵਚਨ ਸਾਨੂੰ ਕੀ ਦੱਸ ਰਿਹਾ ਕਿ ਨਾ ਕੋਈ ਗਹਿਰਾਈ ਔਰ ਨਾ ਕੋਈ ਹੋਰ ਸ੍ਰਿਸ਼ਟੀ ਸਾਨੂੰ ਪਰਮੇਸ਼ਰ ਦੇ ਪ੍ਰੇਮ 'ਚ ਜੋ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਆ ਅਲੱਗ ਕਰ ਸਕਦੀ ਆ। ਔਰ ਇਹ ਉਹੀ ਕਹਿ ਸਕਦਾ ਆ ਜਿਸ ਨੇ ਵਾਕਈ ਪਰਮੇਸ਼ਰ ਦਾ ਪ੍ਰੇਮ ਆਪਣੇ ਜੀਵਨ ਦੇ ਵਿੱਚ ਅਨੁਭਵ ਕੀਤਾ ਆ। ਜਿਸ ਨੇ ਆਪਣੇ ਪ੍ਰੇਮ ਜਿਹੜਾ ਪਰਮੇਸ਼ਰ ਦਾ ਆਪਣੇ ਜੀਵਨ 'ਚ ਅਨੁਭਵ ਕਰ ਲਿਆ, ਉਹ ਕਹਿੰਦਾ ਹੈ ਕਿ ਕੋਈ ਵੀ ਚੀਜ਼ ਚਾਹੇ ਤੂਫਾਨ ਆ ਜਾਏ, ਚਾਹੇ ਬਿਮਾਰੀ ਆ ਜਾਵੇ, ਚਾਹੇ ਕਸ਼ਟ ਆ ਜਾਵੇ, ਚਾਹੇ ਕਲੇਸ਼ ਆ ਜਾਵੇ, ਪਰ ਇਹ ਕੋਈ ਵੀ ਚੀਜ਼ ਮੈਨੂੰ ਮੇਰੇ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦੀ। ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪ੍ਰੇਮ ਕੀਤਾ, ਉਹਨੇ ਆਪਣਾ ਪੁੱਤਰ ਮੇਰੇ ਲਈ ਦਿੱਤਾ, ਉਹਨੇ ਮੇਰੇ ਲਈ ਜੀਵਨ ਦੇ ਵਿੱਚ ਹਰ ਇੱਕ ਕੰਮ ਜੋ ਰੁਕੇ ਹੋਏ ਸੀ ਉਹਨੇ ਮੇਰੇ ਖੋਲੇ। ਇਸ ਕਰਕੇ ਮੈਂ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੇ ਜੀਵਨ 'ਚ ਅਨੁਭਵ ਕੀਤਾ, ਪਰ ਹੁਣ ਕੋਈ ਵੀ ਚੀਜ਼ ਮੈਨੂੰ ਮੇਰੇ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦੀ। ਸੋ ਬਹੁਤ ਵਧੀਆ ਪਾਸਟਰ ਜੀ, ਇਹ 5 ਕੁਐਸਚਨਾਂ ਦਾ ਸਾਨੂੰ ਪੂਰਾ ਜਵਾਬ ਮਿਲ ਗਿਆ। ਹਾਲੇਲੂਇਆ। ਤੇ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਆ। ਹਾਲੇਲੂਇਆ। ਤੁਹਾਡਾ ਵੀ ਧੰਨਵਾਦ ਕਰਦੇ ਆ। ਤੇ ਤੁਸੀਂ ਪ੍ਰਾਰਥਨਾ ਕਰੋ ਇਹ ਜੋ ਵੀ ਵਚਨ ਆਪਾਂ ਸ਼ੇਅਰ ਕੀਤਾ, ਹਾਲੇਲੂਇਆ, ਇਹ ਸਾਰੇ ਭੈਣ ਭਰਾਵਾਂ ਦੇ ਆ ਜ਼ਿੰਦਗੀ ਵਿੱਚ ਕੰਮ ਕਰੇ। ਹਾਲੇਲੂਇਆ। ਤੇ ਪਰਮੇਸ਼ਵਰ
ਸਾਡੇ ਸਾਰੇ ਭੈਣ ਭਰਾ ਨੂੰ ਇੱਕ ਨਵੀਂ ਜ਼ਿੰਦਗੀ ਦੇਵੇ। ਹਾਲੇਲੂਇਆ। ਚਲੋ ਆਈਏ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਔਰ ਸਿਰਾਂ ਨੂੰ ਝੁਕਾਵਾਂਗੇ ਔਰ ਅਸੀਂ ਪਰਮੇਸ਼ਵਰ ਅੱਗੇ ਦੁਆ ਕਰਾਂਗੇ। ਸਰਵਸ਼ਕਤੀਮਾਨ ਪਰਮੇਸ਼ਵਰ, ਜ਼ਮੀਨ ਔਰ ਅਸਮਾਨ ਦੇ ਮਾਲਿਕ ਪ੍ਰਭੂ ਜੀ, ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾ ਬਾਪ ਪ੍ਰਭੂ ਜੀ। ਪ੍ਰਭੂ ਤੁਹਾਡੇ ਦਾਸ ਦੇ ਲਈ ਖੁਦਾ ਬਾਪ ਪ੍ਰਭੂ ਜੀ, ਜੋ ਪਾਸਟਰ ਜਸਵੰਤ ਨੇ ਸਾਨੂੰ ਫਿਰ ਤੋਂ ਪ੍ਰਭੂ ਜੀ ਇੱਥੇ ਆਪਣੇ ਚੈਨਲ ਤੇ ਬੁਲਾਇਆ ਪ੍ਰਭੂ ਜੀ। ਪਹਿਲਾਂ ਪ੍ਰਭੂ ਜੀ ਉਹਨਾਂ ਨੇ ਬੁਲਾਇਆ ਇੱਕ ਆਪਣੀ ਗਵਾਹੀ ਦੇਣ ਦੇ ਲਈ ਪ੍ਰਭੂ ਜੀ, ਅੱਜ ਦੁਬਾਰਾ ਉਹਨਾਂ ਨੇ ਪ੍ਰਭੂ ਜੀ ਸਾਨੂੰ ਬੁਲਾਇਆ ਕਿ ਅਸੀਂ ਪ੍ਰਭੂ ਇੱਕ ਵਿਸ਼ੇ ਨੂੰ, ਪ੍ਰੇਮ ਨੂੰ ਖੁਦਾ ਬਾਪ ਪ੍ਰਭੂ ਜੀ ਅਸੀਂ ਸਾਂਝਾ ਕਰ ਸਕੀਏ ਪ੍ਰਭੂ। ਅੱਜ ਜੋ ਵੀ ਅਸੀਂ ਤੁਹਾਡੇ ਵਚਨਾਂ ਦੇ ਵਿੱਚ ਪ੍ਰੇਮ ਦੇ ਬਾਰੇ ਸਿੱਖਿਆ ਪ੍ਰਭੂ ਜੀ, ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾ ਬਾਪ। ਇਹ ਪ੍ਰਭੂ ਜਿੰਨੇ ਵੀ ਸਾਡੇ ਪ੍ਰਭੂ ਜੀ ਭੈਣ ਭਰਾਵਾਂ ਨੇ ਤੁਹਾਡਾ ਵਚਨ ਸੁਣਿਆ, ਇਹ ਵਚਨ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ 100 ਗੁਣਾ ਫਲ ਲੈ ਕੇ ਆਏ ਪ੍ਰਭੂ ਜੀ। ਹੋ ਸਕਦਾ ਪ੍ਰਭੂ ਜੀ ਅੱਜ ਮੇਰਾ ਭਰਾ ਕੋਈ ਟੁੱਟਿਆ ਹੋਇਆ ਬੈਠਾ ਆ, ਉਹ ਅੱਜ ਸਾਨੂੰ ਦੇਖ ਰਿਹਾ ਆ, ਅੱਜ ਪ੍ਰਭੂ ਨੇ ਉਹਨੂੰ ਆਪਣੇ ਪ੍ਰੇਮ ਦੇ ਦੁਆਰਾ ਉਹਦੇ ਨਾਲ ਗੱਲ ਕੀਤੀ। ਹਾਲੇਲੂਇਆ। ਹੋ ਸਕਦਾ ਅੱਜ ਕੋਈ ਸਾਡਾ ਭੈਣ ਭਰਾ ਜੋ ਸਾਨੂੰ ਦੇਖ ਰਿਹਾ ਆ, ਉਹ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਪ੍ਰੇਮ ਨਹੀਂ ਕਰਦਾ, ਕੋਈ ਮੈਨੂੰ ਮੇਰੀ ਚਿੰਤਾ ਨਹੀਂ ਕਰਦਾ, ਔਰ ਉਸਨੇ ਪ੍ਰਭੂ ਦਾ ਵਚਨ ਸੁਣਿਆ, ਅੱਜ ਉਹ ਆਸ਼ੀਸ਼ਿਤ ਹੋਇਆ। ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨਾਲ ਵੀ ਪਰਮੇਸ਼ਵਰ ਨੇ ਅੱਜ ਆਪਣੇ ਵਚਨ ਦੇ ਦੁਆਰਾ ਗੱਲ ਕੀਤੀ ਆ, ਪਰਮੇਸ਼ਵਰ ਉਹਨਾਂ ਨੂੰ ਸਭਨਾਂ ਨੂੰ ਆਸ਼ੀਸ਼ ਦੇਵੇ ਔਰ ਪਰਮੇਸ਼ਵਰ ਦਾ ਵਚਨ ਉਹਨਾਂ ਦੇ ਜੀਵਨ 'ਚ 100 ਗੁਣਾ ਫਲ ਲੈ ਕੇ ਆਏ। ਔਰ ਸਾਡੀ ਇਹੀ ਦੁਆ ਪ੍ਰਾਰਥਨਾ ਹੈ ਕਿ ਅਸੀਂ ਸਭ ਪਰਮੇਸ਼ਵਰ ਦਾ ਪ੍ਰੇਮ ਸਾਰਿਆਂ ਦੇ ਜੀਵਨ ਦੇ ਵਿੱਚ ਬਣਿਆ ਰਹੇ ਔਰ ਹਰ ਇੱਕ ਇਸ ਸੰਸਾਰ ਦੇ ਵਿਅਕਤੀ ਪਰਮੇਸ਼ਵਰ ਦੇ ਪ੍ਰੇਮ ਨੂੰ ਅਨੁਭਵ ਕਰ ਸਕੇ। ਮੈਂ ਫਿਰ ਤੋਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਇਸ ਵਿਸ਼ੇ ਦੇ ਲਈ, ਇਸ ਚੈਨਲ ਦੇ ਲਈ ਔਰ ਪਾਸਟਰ ਜੀ ਦੇ ਲਈ ਜੋ ਅਸੀਂ ਇਕੱਠੇ ਹੋ ਕੇ ਪਰਮੇਸ਼ਵਰ ਦਾ ਵਚਨ ਸ਼ੇਅਰ ਕੀਤਾ। ਅਗਰ ਪ੍ਰਭੂ ਦੀ ਇੱਛਾ ਹੋਈ ਤਾਂ ਅਸੀਂ ਫਿਰ ਜਲਦੀ ਇਸ ਚੈਨਲ ਦੇ ਦੁਆਰਾ ਤੁਹਾਨੂੰ ਮਿਲਾਂਗੇ ਔਰ ਪ੍ਰਭੂ ਦਾ ਅਸੀਂ ਸ਼ੁਕਰ ਕਰਦੇ ਹਾਂ। ਸਾਰਾ ਆਦਰ ਮਹਿਮਾ ਜਲਾਲ ਅਸੀਂ ਪ੍ਰਭੂ ਨੂੰ ਦਿੰਦੇ ਹਾਂ। ਪਰਮੇਸ਼ਵਰ ਨੂੰ ਤਾਰਾ ਮਹਿਮਾ ਮਿਲੇ ਔਰ ਪ੍ਰਾਰਥਨਾ ਨੂੰ ਅਸੀਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ ਆਮੀਨ। ਸੋ ਮੇਰੇ ਭੈਣ ਤੋਂ ਭਰਾਵੋ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਬਾਕੀ ਤੁਹਾਡਾ ਵੀ ਧੰਨਵਾਦ ਕਰਦੇ, ਤੁਸੀਂ ਟਾਈਮ ਕੱਢਿਆ, ਤੁਸੀਂ ਆਏ Thank you। ਤੇ ਅਸੀਂ ਬਹੁਤ ਇਸ ਪ੍ਰੇਮ ਦੇ ਵਿਸ਼ੇ ਤੇ ਬਹੁਤ ਬਲੈਸ ਹੋਏ। ਹਾਲੇਲੂਇਆ। ਤੇ ਪ੍ਰਭੂ ਤੁਹਾਨੂੰ ਬਹੁਤੀ ਬਹੁਤੀ ਬਰਕਤ ਦੇਣ ਔਰ ਦਰਸ਼ਕਾਂ ਨੂੰ ਬਹੁਤੀ ਬਹੁਤੀ ਬਰਕਤ ਦੇਣ ਔਰ ਹਾਲੇਲੂਇਆ। ਸਾਨੂੰ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਜੈ ਮਸੀਹ। ਜੈ ਮਸੀਹ।